Good morning, grade plus 2. I hope you all are well and fit and fine at your home. Class, ਅੱਜ ਦੇ ਲੈਕਚਰ ਵਿੱਚ ਅਸੀਂ ਪੜਾਂਗੇ ਗਵਾਚਿਆ ਮੁੰਡਾ ਨਾਵਲ ਦਾ ਕਾਂਡ ਨੰਬਰ 12। ਅੱਧੀ ਛੁੱਟੀ ਪਿੱਛੋਂ ਜਦੋਂ ਪੰਜਵਾਂ ਪੀਰੀਅਡ ਲੱਗਿਆ ਤਾਂ ਘੋਗਾ ਹੋਰ ਵੀ ਪਰੇਸ਼ਾਨ ਹੋ ਗਿਆ। ਜਿਸ ਗੱਲ ਦਾ ਉਸ ਨੂੰ ਡਰ ਸੀ ਉਹੀ ਹੋਈ। ਸੋਨ ਕਾਟੋ ਉਸ ਨੂੰ ਨਜ਼ਰ ਨਹੀਂ ਆਈ। ਉਸਨੇ ਸਮਝ ਲਿਆ ਕਿ ਮੁੰਡਿਆਂ ਦੀਆਂ ਗੱਲਾਂ ਵਿੱਚ ਆ ਕੇ ਉਸਨੇ ਸੱਚ ਬੋਲ ਦਿੱਤਾ ਹੈ। ਇੰਜ ਉਸਨੇ ਸੋਨ ਕਾਟੋ ਨਾਲ ਕੀਤਾ ਗਿਆ ਵਾਅਦਾ ਤੋੜ ਦਿੱਤਾ ਹੈ। ਇਸੇ ਕਰਕੇ ਸੋਨ ਕਾਟੋ ਗੁੱਸੇ ਹੋ ਗਈ। ਹੁਣ ਉਹ ਕਦੇ ਵੀ ਨਹੀਂ ਆਏਗੀ। ਅਜਿਹਾ ਕੁਝ ਸੋਚ ਕੇ ਉਹ ਸਿਰ ਫੜ ਕੇ ਬੈਠ ਗਿਆ। ਉਸਦਾ ਧਿਆਨ ਪੜ੍ਹਾਈ ਵੱਲੋਂ ਹਟ ਗਿਆ। ਉਹਦੀ ਇਕਾਗਰਤਾ ਭੰਗ ਹੋ ਗਈ। ਸਮਾਜਿਕ ਵਿਗਿਆਨ ਦੇ ਅਧਿਆਪਕ ਦੀ ਕੋਈ ਵੀ ਗੱਲ ਉਹਦੀ ਸਮਝ ਨਹੀਂ ਸੀ ਆ ਰਹੀ। ਸੁਨਹਿਰੀ ਰੋਸ਼ਨੀ ਵੀ ਗਾਇਬ ਸੀ। ਬੱਚੇ ਹੁਣ ਉਹਦੇ ਮਨ ਦੇ ਅੰਦਰ ਬੱਚੇ ਗੱਲ ਘਰ ਕਰ ਗਈ ਸੀ ਕਿ ਹੁਣ ਸ਼ਾਇਦ ਸੋਨ ਕਾਟੋ ਜਿਹੜੀ ਕਿ ਪਹਿਲੋਂ ਵੀ ਨਹੀਂ ਸੀ, ਪਰੰਤੂ ਹੁਣ ਉਹਨੂੰ ਲੱਗ ਰਿਹਾ ਸੀ ਕਿ ਉਹਨੇ ਆਪਣੇ ਦੋਸਤਾਂ ਨੂੰ ਇਸ ਬਾਰੇ ਦੱਸ ਦਿੱਤਾ ਹੈ ਤਾਂ ਉਹ ਹੁਣ ਉਸਦੇ ਕੋਲੋਂ ਖੁੱਸ ਗਈ ਹੈ, ਉਹਦੇ ਕੋਲੋਂ ਨਾਰਾਜ਼ ਹੋ ਕੇ ਚਲੇ ਗਈ ਹੈ ਤੇ ਉਹਨੂੰ ਹੁਣ ਕੋਈ ਵੀ ਸੋਨ ਕਾਟੋ ਨਹੀਂ ਦਿਖਾਈ ਦੇ ਰਹੀ। ਉਹਦੇ ਮਨ ਨੇ ਜੇ ਸੋਚ ਲਿਆ ਤੇ ਉਹਦੇ ਮਨ ਨੇ ਹੁਣ ਇਹ ਵੀ ਸੋਚ ਲਿਆ ਕਿ ਉਹਦਾ ਪੜ੍ਹਾਈ ਵਿੱਚ ਧਿਆਨ ਨਹੀਂ ਲੱਗਦਾ। ਅਗਲੇ ਅੰਗਰੇਜ਼ੀ ਦੇ ਪੀਰੀਅਡ ਵਿੱਚ ਵੀ ਉਹਦੀ ਅਜਿਹੀ ਹਾਲਤ ਰਹੀ। ਉਹ ਅਜੇ ਵੀ ਸਿਰ ਫੜ ਕੇ ਬੈਠਾ ਸੀ। ਅਚਾਨਕ ਉਸਨੂੰ ਚੱਕਰ ਆ ਗਿਆ। ਉਸਦਾ ਸਿਰ ਡੈਸਕ ਉੱਤੇ ਜਾ ਡਿੱਗ ਪਿਆ। ਅੰਗਰੇਜ਼ੀ ਦੇ ਅਧਿਆਪਕ ਉਹਦੇ ਕੋਲ ਆਏ ਤੇ ਕਹਿਣ ਲੱਗੇ, ਘੋਗੇ ਬੇਟਾ ਕੀ ਗੱਲ ਹੈ, ਤੇਰੀ ਤਬੀਅਤ ਠੀਕ ਨਹੀਂ ਜਾਪਦੀ। ਸਰ, ਮੇਰਾ ਸਿਰ ਬਹੁਤ ਦਰਦ ਕਰ ਰਿਹਾ ਹੈ, ਚੱਕਰ ਆ ਰਹੇ ਹੈ। ਤਾਂ ਫਿਰ ਤੂੰ ਘਰੇ ਚਲੇ ਜਾ, ਦਵਾਈ ਲੈ ਕੇ ਆਰਾਮ ਕਰ ਲੈ। ਇਕੱਲਾ ਚਲੇ ਜਾਏਗਾ ਜਾਂ ਫਿਰ ਕਿਸੇ ਨੂੰ ਨਾਲ ਭੇਜਾਂ? ਹੁਣ ਬੱਚੇ ਇਸ ਸਥਿਤੀ ਦੇ ਵਿੱਚ ਕਈਆਂ ਨੂੰ ਤਾਂ ਮਜ਼ਾ ਆ ਰਿਹਾ ਹੈ ਕਿ ਉਹ ਹੁਣ ਪੜ੍ਹਾਈ 'ਚ ਉਹਦਾ ਧਿਆਨ ਨਹੀਂ ਲੱਗ ਰਿਹਾ, ਪਰੰਤੂ ਕਈ ਜਿਹੜੇ ਉਸਦੇ ਨਾਲ ਸਹਿਪਾਠੀ ਪੜ੍ਹਦੇ ਨੇ ਉਹਨਾਂ ਨੂੰ ਉਸਦੇ ਉੱਤੇ ਤਰਸ ਆ ਰਿਹਾ ਹੈ। ਮੈਂ ਆਪੇ ਚਲਿਆ ਜਾਊਂ ਸਰ। ਤੇ ਘੋਗਾ ਪਿੱਠ ਉੱਤੇ ਬਸਤਾ ਲੱਦ ਕੇ ਡਿੱਗਦਾ ਢਹਿੰਦਾ ਅਜਿਹਾ ਜਮਾਤ ਵਿੱਚੋਂ ਹੀ ਬਾਹਰ ਨਿਕਲ ਗਿਆ। ਗੁਰੀ ਤੇ ਗੋਪੀ ਉਸਨੂੰ ਦੇਖ ਕੇ ਮੁਸਕਰਾਏ ਹੱਸ ਰਹੇ ਸਨ। ਇਕਬਾਲ, ਸੁਰਜੀਤ ਅਤੇ ਸਤੀਸ਼ ਦੁਖੀ ਅਤੇ ਫਿਕਰਮੰਦ ਨਜ਼ਰ ਆ ਰਹੇ ਸਨ। ਸਕੂਲੋਂ ਨਿਕਲ ਕੇ ਘੋਗਾ ਘਰ ਨਹੀਂ ਗਿਆ। ਸਕੂਲ ਦੀ ਕੰਧ ਦੇ ਨਾਲ ਤੁਰਦਾ ਉਹ ਪਿਛਲੇ ਪਾਸੇ ਬਾਗ ਵਿੱਚ ਆ ਗਿਆ। ਕੁਝ ਦੂਰ ਜਾ ਕੇ ਉਹਨੂੰ 3-4 ਬੱਕਰੀਆਂ ਚਰਦੀਆਂ ਮਿਲੀਆਂ। ਉਹਨੂੰ ਲੱਗਿਆ ਉਹਨਾਂ ਵਿੱਚ ਉਹ ਡੱਬ ਖੜੱਬੀ ਬੱਕਰੀ ਵੀ ਸੀ ਜਿਸਨੇ ਪਿਛਲੇ ਸਾਲ ਉਸਨੂੰ ਸੋਨ ਕਾਟੋ ਬਾਰੇ ਦੱਸਿਆ ਸੀ। ਉਹਨੇ ਬੱਕਰੀ ਨੂੰ ਪੁੱਛਿਆ, ਡੱਬ ਖੜੱਬੀ ਬੱਕਰੀ, ਸੋਨ ਕਾਟੋ ਕਿੱਥੇ ਹੈ? ਬੱਕਰੀ ਕੁਝ ਨਹੀਂ ਬੋਲੀ। ਉਹਦੇ ਮੂੰਹ ਚੁੱਕ ਕੇ ਘੋਗੇ ਵੱਲ ਵੀ ਨਹੀਂ ਦੇਖਿਆ। ਉਹ ਘਾਹ ਬੂਟੇ ਚਰਨ ਵਿੱਚ ਰੁੱਝੀ ਰਹੀ। ਘੋਗੇ ਨੇ ਫਿਰ ਤਰਲਾ ਲਿਆ ਕੀਤਾ, ਬੱਕਰੀਏ ਬੀਬੀ ਬਣ ਕੇ ਦੱਸ ਨਾ, ਸੋਨ ਕਾਟੋ ਕਿੱਥੇ ਮਿਲੇਗੀ? ਉਹ ਮੇਰੇ ਨਾਲ ਗੁੱਸੇ ਹੋ ਗਈ ਹੈ। ਮੈਂ ਉਹਨੂੰ ਮਨਾਉਣ ਆਇਆ ਹਾਂ। ਉਹਦੇ ਬਿਨਾਂ ਮੈਂ ਕੁਝ ਨਹੀਂ ਕਰ ਸਕਦਾ। ਬੱਚੇ ਹੁਣ ਉਹ ਨਾਰਾਜ਼ ਹੋ ਗਈ ਹੈ ਤੇ ਉਹ ਇੱਕ ਬੱਕਰੀ ਜਿਹੜੀ ਉਹਨੂੰ ਰਾਸਤੇ ਵਿੱਚ ਪਹਿਲਾਂ ਵੀ ਮਿਲੀ ਸੀ, ਉਹਨੂੰ ਲੱਗਦਾ ਹੈ ਕਿ ਉਹਨੂੰ ਸੋਨ ਕਾਟੋ ਬਾਰੇ ਦੱਸਿਆ ਸੀ ਤੇ ਹੁਣ ਵੀ ਉਹਨੂੰ ਲੱਗ ਰਿਹਾ ਹੈ ਕਿ ਸੋਨ ਕਾਟੋ ਜਿਹੜੀ ਹੈ ਉਹਦੇ ਬਾਰੇ ਜਾਣਕਾਰੀ ਸਿਰਫ ਉਹਨੂੰ ਬੱਕਰੀ ਹੀ ਦੇ ਸਕਦੀ। ਪਰੰਤੂ ਹੁਣ ਕੋਈ ਵੀ ਬੱਕਰੀ ਉਸਨੂੰ ਕੋਈ ਜਵਾਬ ਨਹੀਂ ਦੇ ਰਹੀ ਤੇ ਹੋਰ ਨਿਰਾਸ਼ ਹੋ ਜਾਂਦਾ ਹੈ। ਇਸ ਨਿਰਾਸ਼ਾ ਭਰੀ ਹਾਲਤ ਵਿੱਚ ਉਹ ਬੱਕਰੀ ਵੱਲੋਂ ਨਾ ਹੁੰਗਾਰਾ ਮਿਲਣ ਤੇ ਬੱਕਰੀਆਂ ਚਾਰਨ ਵਾਲੇ ਪਿੱਛੇ ਸੋਟੀ ਖੜਕਾਉਂਦਾ ਹੋਇਆ ਆ ਗਿਆ। ਬੱਕਰੀਆਂ ਹੋਰ ਅੱਗੇ ਵਧ ਗਈਆਂ। ਘੋਗੇ ਨੇ ਸੋਚਿਆ, ਇਹ ਪਿਛਲੇ ਸਾਲ ਵਾਲੀ ਬੱਕਰੀ ਨਹੀਂ ਹੋਣੀ, ਉਹ ਹੁੰਦੀ ਤਾਂ ਜ਼ਰੂਰ ਦੱਸ ਦਿੰਦੀ। ਤੇ ਘੋਗਾ ਅੱਗੇ ਤੁਰ ਪਿਆ। ਰੁਕ ਕੇ ਉਹ ਸੰਘਣੇ ਰੁੱਖਾਂ ਵਿੱਚ ਚਾਰੇ ਪਾਸੇ ਨਜ਼ਰ ਮਾਰਦਾ ਰਿਹਾ। ਕਾਸ਼ ਸੋਨ ਕਾਟੋ ਦਾ ਕਿਧਰੇ ਝੋਲਾ ਪੈ ਜਾਏ। ਰੁੱਖਾਂ ਦੇ ਮੁੱਢ, ਪੱਤਿਆਂ ਜਾਂ ਟਹਿਣਿਆਂ ਉੱਤੇ ਉਹਨੇ ਆਵਾਜ਼ਾਂ ਵੀ ਮਾਰੀਆਂ, ਸੋਨ ਕਾਟੋ ਤੂੰ ਕਿੱਥੇ ਚਲੇਗੀ? ਵਾਪਸ ਆ ਜਾ, ਤੇਰੀ ਮਦਦ ਬਿਨਾਂ ਮੈਂ ਫੇਲ ਹੋ ਜਾਵਾਂਗਾ। ਸੋਨ ਕਾਟੋ ਮੈਥੋਂ ਗਲਤੀ ਹੋ ਗਈ, ਮਾਫ ਕਰ ਦੇ, ਫਿਰ ਕਿਸੇ ਨੂੰ ਨਹੀਂ ਦੱਸਾਂਗਾ। ਸੋਨ ਕਾਟੋ ਆ ਜਾ। ਸੋਨ ਕਾਟੋ ਉੱਚੀ ਆਵਾਜ਼ਾਂ ਮਾਰਦਾ ਉਹ ਕਦੇ ਬੂਟੇ ਕੋਲ ਜਾਂਦਾ, ਕਦੇ ਕਿਸੇ ਕੋਲ ਉਹ ਜਾਂਦਾ। ਕਿਤੇ ਕੋਈ ਚਿੜੀ
ਘੁੱਗੀ ਜਾਂ ਕੋਈ ਹੋਰ ਪੰਛੀ ਡਰ ਕੇ ਉਡਾਰੀ ਮਾਰ ਜਾਂਦਾ। ਸਲੇਟੀ ਰੰਗ ਦੀਆਂ ਆਮ ਕਾਟੋਆਂ ਵੀ ਟਪੂਸੀਆਂ ਮਾਰਦੀਆਂ ਫਿਰ ਰਹੀਆਂ ਸਨ, ਪਰ ਸੋਨ ਕਾਟੋ ਦਾ ਝੋਲਾ ਕਿਤੇ ਵੀ ਨਹੀਂ ਸੀ ਪੈ ਰਿਹਾ। ਉਹਦੀਆਂ ਆਵਾਜ਼ਾਂ ਸੁਣ ਕੇ ਬਾਗ ਦਾ ਮਾਲੀ ਆ ਗਿਆ। ਉਹਨੇ ਹੈਰਾਨ ਹੋ ਕੇ ਪੁੱਛਿਆ, ਓਏ ਮੁੰਡਿਆ, ਇੱਥੇ ਚੱਲਿਆ ਵਾਂ, ਕਿਹਨੂੰ ਆਵਾਜ਼ਾਂ ਮਾਰੀ ਜਾਂਦਾ? ਘੋਗਾ ਜਵਾਬ ਦੇਣ ਦੀ ਥਾਂ ਉਲਟਾ ਪੁੱਛਣ ਲੱਗ ਪਿਆ, ਅੰਕਲ ਜੀ, ਤੁਸੀਂ ਇੱਥੇ ਕਿਤੇ ਸੋਨ ਕਾਟੋ ਨਹੀਂ ਦੇਖੀ? ਸੋਨ ਕਾਟੋ? ਮਾਲੀ ਨੇ ਹੈਰਾਨ ਹੋ ਕੇ ਕਿਹਾ, ਮੈਂ ਤਾਂ ਕਦੇ ਸੋਨ ਕਾਟੋ ਨਹੀਂ ਦੇਖੀ। ਇੱਥੇ ਤਾਂ ਕਾਲੀਆਂ ਧਾਰੀਆਂ ਵਾਲੀਆਂ ਸਲੇਟੀ ਕਾਟੋ ਹੀ ਫਿਰਦੀਆਂ ਹਨ। ਸੋਨ ਕਾਟੋ ਹੁੰਦੀ ਏ? ਹੁੰਦੀ ਏ ਅੰਕਲ ਜੀ, ਪਿਛਲੇ ਸਾਲ ਮੈਨੂੰ ਇਸੇ ਬਾਗ 'ਚ ਮਿਲੀ ਸੀ। ਉਹਨੇ ਮੇਰੀ ਪੜ੍ਹਾਈ ਵਿੱਚ ਬਹੁਤ ਮਦਦ ਕੀਤੀ ਸੀ, ਉਹਦੇ ਕਰਕੇ ਮੈਂ ਸੈਕਿੰਡ ਆ ਗਿਆ। ਹੁਣ ਮੇਰੇ ਨਾਲ ਰੁੱਸ ਗਈ ਹੈ, ਮੈਂ ਉਸ ਨੂੰ ਲੱਭ ਦਿਓ ਅੰਕਲ ਜੀ। ਉਹ ਮੈਨੂੰ ਲੱਗਦਾ ਹੈ ਤੂੰ ਝੱਲਾ ਹੋ ਗਿਆ, ਸੈਕਿੰਡ ਤੂੰ ਆਪਣੀ ਮਿਹਨਤ ਕਰਕੇ ਆਇਆ ਹੋਏਗਾ। ਸੋਨ ਕਾਟੋ ਦਾ ਐਵੇਂ ਭੁਲੇਖਾ ਪੈ ਗਿਆ ਹੋਊ ਤੈਨੂੰ। ਜਾ ਘਰ ਜਾ, ਐਵੇਂ ਝੱਲ ਨਾ ਖਲਾਰ। ਇਹ ਕਹਿ ਕੇ ਮਾਲੀ ਉੱਥੋਂ ਤੁਰ ਪਿਆ, ਕੇਲਿਆਂ ਦੇ ਬਾਗ ਵੱਲ ਚਲੇ ਗਿਆ। ਤੁਰੇ ਜਾਂਦੇ ਮਾਲੀ ਵੱਲ ਦੇਖ ਕੇ ਘੋਗੇ ਨੇ ਮਨ ਚ ਕਿਹਾ, ਝੱਲਾ ਮੈਂ ਥੋੜੇ, ਝੱਲਾ ਤਾਂ ਤੂੰ ਏ, ਜਿਹਨੂੰ ਇੱਥੇ ਵੀ ਨਹੀਂ ਪਤਾ ਬਈ ਸੋਨ ਕਾਟੋ ਹੈਗੀ ਹੈ। ਫਿਰ ਉਹਨੇ ਸੋਚਿਆ, ਪਰ ਮਾਲੀ ਨੂੰ ਸੋਨ ਕਾਟੋ ਦਾ ਕਿਵੇਂ ਪਤਾ ਹੋ ਸਕਦਾ ਹੈ? ਉਹ ਤਾਂ ਕਿਸੇ ਨੂੰ ਵੀ ਨਹੀਂ ਪਤਾ ਹੋਣਾ, ਉਹ ਤਾਂ ਸਿਰਫ ਮੈਨੂੰ ਦਿਸਦੀ ਸੀ, ਹੁਣ ਮੈਨੂੰ ਵੀ ਨਹੀਂ ਦਿਸਦੀ। ਤੇ ਫਿਰ ਆਵਾਜ਼ਾਂ ਮਾਰਨ ਲੱਗ ਪਿਆ। ਬਾਗ ਵਿੱਚ ਇੱਧਰ ਉੱਧਰ ਜਾ ਕੇ ਆਵਾਜ਼ਾਂ ਮਾਰ ਕੇ ਉਹ ਥੱਕ ਗਿਆ। ਉਹਨੇ ਸੋਚਿਆ, ਪਿਛਲੀ ਵਾਰ ਵਾਂਗੂ ਰੱਬ ਅੱਗੇ ਪ੍ਰਾਰਥਨਾ ਕਿਉਂ ਨਾ ਕਰਾਂ। ਬੂਟਿਆਂ ਚੋਂ ਬਾਹਰ ਆ ਰਹੇ ਉਹ ਰਾਹ ਵਿੱਚ ਉਸਨੇ ਥਾਂ ਤੇ ਬੈਠ ਗਿਆ ਜਿੱਥੇ ਉਹ ਪਿਛਲੇ ਸਾਲ ਪ੍ਰਾਰਥਨਾ ਕੀਤੀ। ਚੌਂਕੜੀ ਮਾਰ ਕੇ ਅੱਖਾਂ ਬੰਦ ਕੀਤੀਆਂ ਤੇ ਹੌਲੀ ਹੌਲੀ ਫੁਸਫੁਸਾਉਣ ਲੱਗਾ, ਹੇ ਰੱਬ, ਮੇਰੀ ਪਰਮਾਤਮਾ, ਸੋਨ ਕਾਟੋ ਮੇਰੇ ਨਾਲ ਰੁੱਸ ਗਈ ਹੈ, ਉਹਨੂੰ ਫਿਰ ਮਿਲਾ ਕੇ ਰੱਬ ਜੀ, ਪਿਛਲੇ ਸਾਲ ਵੀ ਤੁਸੀਂ ਮੇਰੀ ਪ੍ਰਾਰਥਨਾ ਸੁਣੀ ਸੀ, ਐਤਕੀ ਵੀ ਸੁਣ ਲਓ, ਸੋਨ ਕਾਟੋ ਨੂੰ ਮਿਲਾ ਦਿਓ। ਉਹਦੀ ਮਦਦ ਬਿਨਾਂ ਮੈਂ ਪੜ੍ਹ ਲਿਖ ਨਹੀਂ ਸਕਦਾ, ਮੈਂ ਬਰਬਾਦ ਹੋ ਜਾਵਾਂਗਾ, ਹੇ ਪਰਮਾਤਮਾ। ਘੋਗਾ ਕਈ ਘੰਟੇ ਇਸ ਤਰ੍ਹਾਂ ਬੈਠਾ ਰਿਹਾ, ਵਿੱਚ ਅੱਖਾਂ ਖੋਲ ਕੇ ਇੱਧਰ ਉੱਧਰ ਦੇਖ ਲੈਂਦਾ, ਪਰ ਪਹਿਲੀ ਵਾਰ ਵਾਂਗ ਸੋਨ ਕਾਟੋ ਦਾ ਝੋਲਾ ਕਦੀ ਨਹੀਂ ਪਿਆ। ਉਧਰੋਂ ਦਿਨ ਛਿਪਣ ਵਾਲਾ ਸੀ। ਮਾਲੀ ਇੱਕ ਵਾਰ ਫੇਰ ਉਹਨੂੰ ਘਰੇ ਚੱਲ ਜਾਣ ਲਈ ਆਖਦਾ ਹੈ। ਭਲਕੇ ਫਿਰ ਇੱਥੇ ਆ ਕੇ ਪ੍ਰਾਰਥਨਾ ਕਰਾਂਗਾ, ਇਹ ਸੋਚ ਕੇ ਘੋਗਾ ਉੱਠ ਕੇ ਬਸਤਾ ਚੁੱਕ ਕੇ ਘਰ ਨੂੰ ਤੁਰ ਪਿਆ। ਨਹਿਰ ਵਾਲੇ ਪਾਸੇ ਸੂਰਜ ਡੁੱਬਦਾ ਜਾ ਰਿਹਾ ਸੀ। ਬੱਚੇ, ਉਸਦੇ ਮਨ ਦੇ ਵਿੱਚ ਹੱਲੇ ਵੀ ਇਹ ਸੀ ਕਿ ਸੋਨ ਕਾਟੋ ਕਿੱਧਰੇ ਉਸਨੂੰ ਮਿਲ ਜਾਏਗੀ ਜਾਂ ਸੋਨ ਕਾਟੋ ਉਸਦੇ ਕੋਲ ਆ ਕੇ ਉਸਦੀ ਪੜ੍ਹਾਈ ਵਿੱਚ ਮਦਦ ਕਰ ਦੇਗੀ। ਪਰੰਤੂ ਇਹ ਸਭ ਕੁਝ ਉਸਦਾ ਵਹਿਮ ਸੀ, ਕਿਉਂਕਿ ਸੋਨ ਕਾਟੋ ਉਸਦੀ ਮਦਦ ਨਹੀਂ ਕਰ ਰਹੀ ਸੀ। ਸੋਨ ਕਾਟੋ ਤਾਂ ਸਿਰਫ ਉਸ ਨੂੰ ਬਸ ਉਹਦੇ ਵਹਿਮ ਦੇ ਅੰਦਰ ਹੀ ਦਿਖਾਈ ਦੇ ਰਹੀ ਸੀ ਤੇ ਉਹ ਆਪਣੇ ਆਪ ਹੀ ਪੜਨ ਲੱਗ ਪਿਆ ਸੀ। ਅੱਜ ਦੇ ਲੈਕਚਰ ਲਈ ਇੰਨਾ ਹੀ। ਥੈਂਕ ਯੂ, ਹੈਵ ਅ ਨਾਈਸ ਡੇ।